ਦੋਸਤੋ ਹਾਜ਼ਰ ਹਾਂ। ਅੱਜ ਅਸੀਂ ਘਰਾਂ ਦੀ ਮਾਰਕੀਟ ਬਾਰੇ ਗੱਲਬਾਤ ਕਰਨ ਦੇ ਲਈ। ਘਰਾਂ ਦੀ ਮਾਰਕੀਟ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀ ਹੈ। ਇਸ ਵੇਲੇ ਟ੍ਰੈਂਡ ਕੀ ਆ, ਹੁਣ ਦਾ ਹਾਲਤ ਕੀ ਆ, ਭਵਿੱਖ ਕੀ ਹੋਊਗਾ ਘਰਾਂ ਦੀ ਮਾਰਕੀਟ ਦਾ, ਅਤੇ ਇੰਟਰਸਟ ਰੇਟ ਜਿਹੜੇ ਉੱਤੇ ਜਾ ਰਹੇ ਆ ਇਹਦਾ ਘਰਾਂ ਦੀ ਮਾਰਕੀਟ ਦੇ ਉੱਤੇ ਕੀ ਅਸਰ ਪੈ ਰਿਹਾ। ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਨੇ। ਧਾਲੀਵਾਲ ਸਾਹਿਬ, ਪਤਾ ਲੱਗਿਆ ਕਿ ਲੋਕ ਡੀਲਾਂ ਛੱਡ ਰਹੇ ਆ, ਜਿਹੜੇ ਡਿਪੋਜ਼ਿਟ ਦਿੱਤੇ ਆ ਉਹ ਵੀ ਕਈ ਛੱਡ ਕੇ ਜਾ ਰਹੇ ਆ। ਕੀ ਹਾਲਤ ਆ ਇਸ ਵੇਲੇ ਜੀ? ਦਰਅਸਲ ਜਿਵੇਂ ਇੰਟਰਸਟ ਰੇਟ ਵਧਿਆ ਜਨਵਰੀ ਫਰਵਰੀ ਦੇ ਵਿੱਚ ਜੋ ਕੀਮਤਾਂ ਬਹੁਤ ਜ਼ਿਆਦਾ ਉੱਤੇ ਸਨ, ਉਹਨਾਂ 2 ਮਹੀਨਿਆਂ ਦੇ ਵਿੱਚ ਜਿਨ੍ਹਾਂ ਦੀਆਂ ਡੀਲਸ ਹੋਈਆਂ ਉਹਨਾਂ 'ਚੋਂ ਕਈ ਐਸੀਆਂ ਡੀਲਸ ਨੇ ਜਿਨ੍ਹਾਂ ਦੇ ਰੇਟ ਖਰੀਦਣ ਵੇਲੇ ਕਾਫੀ ਹਾਈ ਸਨ। ਨਤੀਜਨ ਕੀ ਹੋਇਆ ਕਿ ਬੰਦਿਆਂ ਤੋਂ ਕੰਪਲੀਸ਼ਨ ਨਹੀਂ ਹੋ ਰਹੀਆਂ ਜਾਂ ਉਹ ਆਪਣੇ ਡਿਪੋਜ਼ਿਟ ਛੱਡ ਰਹੇ ਨੇ। ਸਲਾਹ ਮਸ਼ਵਰਾ ਦੇਣ ਵਾਲੇ ਵੀ ਕਈ ਵਾਰ ਉਹਨਾਂ ਨੂੰ ਇਹ ਤਾਕੀਦ ਕਰਦੇ ਨੇ ਕਿ ਤੁਸੀਂ ਇਉਂ ਕਰੋ, ਹੁਣ ਤਾਂ 50,000 ਹੀ ਜਾਂਦਾ, ਨਹੀਂ ਤਾਂ ਤੁਹਾਡਾ ਸਾਰਾ ਜਾਏਗਾ। ਉਹ ਉਸ ਪ੍ਰਭਾਵ ਦੇ ਅਧੀਨ ਆਪਣੀਆਂ ਡੀਲ ਛੱਡ ਰਹੇ ਨੇ। ਜਿਨ੍ਹਾਂ ਨੇ ਸੱਚਮੁੱਚ ਗਲਤੀ ਕੀਤੀ, ਬਹੁਤ ਜ਼ਿਆਦਾ ਵੱਧ ਕੇ ਮਲਟੀਪਲ ਆਫਰਸ ਦੇ ਵਿੱਚ ਆਪਣਾ ਘਰ ਖਰੀਦਿਆ, ਉਹ ਯਕੀਨਨ ਤੌਰ 'ਤੇ ਉਹ ਇਸ ਦੇ ਵਿੱਚ ਇੰਟਰਸਟ ਰੇਟ ਵਧਣ ਨਾਲ ਮੁਸ਼ਕਿਲ ਦੇ ਵਿੱਚ ਨੇ। ਪਰ ਜਿਹੜੇ ਸਲਾਹਕਾਰ, ਉਹ ਲੋਕ ਜਿਹੜੇ ਹਰੇਕ ਨੂੰ ਇਸ ਗੱਲ ਦੇ ਲਈ ਖੁਦ ਪ੍ਰੇਰਿਤ ਕਰਦੇ ਨੇ ਕਿ ਤੁਸੀਂ ਇਉਂ ਕਰੋ, ਡੀਲ 'ਚੋਂ ਬਾਹਰ ਹੋ ਜਾਓ, ਉਹ ਇਹ ਨਹੀਂ ਸੋਚਦੇ ਕਿ ਜਿਹਨੇ 50,000 ਜਾਂ ਲੱਖ ਦਿੱਤਾ ਹੈ, ਕੱਲ੍ਹ ਮਾਰਕੀਟ ਬਦਲ ਗਈ, ਫਿਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਜੇ ਇਉਂ ਹੀ ਰੇਟ ਵਧਣੇ ਸੀ ਤਾਂ ਅਸੀਂ ਡੀਲ ਕੰਪਲੀਟ ਕਰਾ ਲੈਂਦੇ। ਉਹ ਸਮਾਂ ਜਿਹੜਾ ਹੈ ਉਹ ਗੁਆ ਬੈਠਦੇ ਨੇ। ਸੋ ਮੈਂ ਕਹਿੰਦਾ ਹੁੰਦਾ ਕਿ ਜਿਵੇਂ ਅਸੀਂ ਸੋਸ਼ਲ ਮੀਡੀਆ 'ਤੇ ਵੀ ਗੱਲਬਾਤ ਕਰਦੇ ਹਾਂ, ਇੱਕ ਰੀਅਲ ਸਟੇਟ ਖਿੱਤੇ ਨਾਲ ਸੰਬੰਧਿਤ ਹੋਣ ਦੇ ਨਾਤੇ ਆਪਣੇ ਤਜਰਬੇ ਅਨੁਸਾਰ ਗੱਲ ਕਰਦੇ ਹਾਂ, ਜਿਹਦੇ ਮੁਤਾਬਕ ਚਾਹੇ ਖਰੀਦਦਾਰ ਹੈ ਜਾਂ ਵੇਚਣ ਵਾਲਾ, ਉਹਨੂੰ ਸੁਚੇਤ ਕਰਨਾ ਵਧੀਆ ਹੁੰਦਾ ਹੈ। ਪਰ ਕਈ ਨੀਮ ਹਕੀਮ ਖਤਰਾ ਜਾਣ ਪਿੱਛੇ ਆਪਣੀਆਂ ਜਿਹੜੀਆਂ ਵਿਚਾਰਾਂ ਦਿੰਦੇ ਨੇ, ਜਿਨ੍ਹਾਂ ਨੂੰ ਉਸ ਗੱਲ ਦੀ ਰਤਾ ਪਰ ਵੀ ਸਮਝ ਨਹੀਂ ਹੁੰਦੀ, ਉਹ ਉੱਠ ਕੇ ਉਹਨਾਂ 'ਤੇ ਆਪਣੀਆਂ ਟਿੱਪਣੀਆਂ ਦੇਣ ਲੱਗ ਜਾਂਦਾ, ਜਿਹਨੂੰ ਇਹ ਨਹੀਂ ਪਤਾ ਹੁੰਦਾ ਕਿ ਮਾਰਕੀਟ ਦਾ ਜਿਹੜਾ ਹੈ ਅਸਲ ਅੰਤਰਾਲ ਕੀ ਹੈ ਅਤੇ ਉਸ ਦੇ ਵਿੱਚ ਕੀ ਕੀ ਉਤਰਾਅ ਚੜ੍ਹਾਉਣੇ ਨੇ। ਸੋ ਡਿਪੋਜ਼ਿਟ ਛਡਾ ਦੇਣਾ ਕਿਸੇ ਨੂੰ ਜਾਂ ਇਸ ਲਈ ਕਹਿਣਾ ਕਿ ਡੀਲ 'ਚੋਂ ਬਾਹਰ ਚਲੇ ਜਾਓ, ਉਸ ਦਾ ਐਸਾ ਨੁਕਸਾਨ ਕਰਨਾ ਜਿਹੜੀ ਮੁੜ ਕੇ ਭਰਪਾਈ ਨਹੀਂ ਹੋ ਸਕਦੀ। ਸੋ ਮੈਂ ਇਹ ਸਮਝਦਾ ਕਿ ਇਸ ਮਾਰਕੀਟ ਨੂੰ ਸਦਾ ਹੀ ਇਸ ਤਰ੍ਹਾਂ ਨਾ ਮੰਨੋ ਕਿ ਇਉਂ ਹੀ ਰਹਿਣੀ ਹੈ। ਇਸ ਗੱਲ ਲਈ ਜੇਕਰ ਤੁਸੀਂ ਕੰਪਲੀਟ ਆਪਣੀ ਡੀਲ ਕਰਾਉਣੇ ਹੋ ਤਾਂ ਕੱਲ੍ਹ ਨੂੰ ਜਦੋਂ ਸਮਾਂ ਬਦਲਦਾ, ਹੋ ਸਕਦਾ ਇਹ ਪ੍ਰੋਪਰਟੀ ਤੁਹਾਨੂੰ ਫਿਰ ਕੋਈ ਨਫਾ ਦੇ ਜਾਵੇ, ਪਰ ਉਹ ਵਕਤ ਦੁਬਾਰਾ ਨਹੀਂ ਆਉਣਾ ਜੇ ਅੱਜ ਅਸੀਂ ਆਪਣੇ 50,000 ਜਾਂ ਲੱਖ ਦੇ ਡਿਪੋਜ਼ਿਟ ਛੱਡ ਦਿੱਤੇ। ਇਸ 'ਤੇ ਕਾਨੂੰਨੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ। 2 ਨੁਕਤੇ ਦੱਸਿਓ। ਇੱਕ ਤਾਂ ਇਹ ਵੀ ਕੀ ਮਾਰਕੀਟ ਇੰਨੀ ਥੱਲੇ ਆ ਚੁੱਕੀ ਆ ਵੀ ਲੋਕਾਂ ਨੂੰ ਇੱਦਾਂ ਸੋਚਣਾ ਪੈ ਰਿਹਾ, ਜਿਹੜੀ ਕਿਹਾ ਜਾ ਰਿਹਾ ਸੀ ਕਿ 7-10% ਘਰਾਂ ਦੀ ਜਿਹੜੀ ਰੇਟ ਆ ਉਹ ਥੱਲੇ ਆ ਜਾਣਗੇ, ਜਾਂ ਹੁਣ ਇੰਨੀ ਸਲੋ ਹੋ ਚੁੱਕੀ ਆ ਮਾਰਕੀਟ? ਸਥਿਤੀ ਕੀ ਹੈ ਇਸ ਵੇਲੇ ਜੀ? ਪਹਿਲੀ ਗੱਲ ਤਾਂ ਛੱਡ ਕੌਣ ਰਿਹਾ, ਇਹ ਵੀ 2 ਤਰ੍ਹਾਂ ਦੀਆਂ ਗੱਲਾਂ ਨੇ। ਇੱਕ ਤਾਂ ਕਈਆਂ ਨੇ ਆਪਣੇ ਡਿਪੋਜ਼ਿਟ ਦੇ ਦਿੱਤੇ, ਇਹ ਸੋਚਿਆ ਸੀ ਕਿ ਬਾਅਦ ਦੇ ਵਿੱਚ ਆਪਣਾ ਘਰ ਵੇਚ ਲਵਾਂਗੇ। ਮਾਰਕੀਟ ਜਨਵਰੀ ਫਰਵਰੀ ਦੇ ਵਿੱਚ ਉਹਨਾਂ ਨੇ ਖਰੀਦਿਆ ਅਤੇ ਉਸ ਤੋਂ ਬਾਅਦ ਲਿਸਟ ਕੀਤਾ, ਆਪਣੇ ਘਰ ਦਾ ਮੁੱਲ ਸਹੀ ਨਹੀਂ ਮਿਲਿਆ ਜਾਂ ਆਫਰ ਨਹੀਂ ਆਈ ਅਤੇ ਉਹ ਮਜਬੂਰਨ ਇਸ ਤਰ੍ਹਾਂ ਕਰ ਰਹੇ ਨੇ। ਇੱਕ ਉਹ ਲੋਕ ਨੇ ਜਿਨ੍ਹਾਂ ਨੇ ਕਈ ਪ੍ਰਾਪਰਟੀਆਂ ਹੋਲਡ ਕੀਤੀਆਂ ਸਨ, ਇਹ ਸੋਚਿਆ ਸੀ ਕਿ ਉਹ ਫਲਿੱਪ ਕਰ ਦੇਣਗੇ, ਉਹ 4 ਪੈਸੇ ਵੱਧ ਕਮਾ ਲੈਣਗੇ, ਕਲੋਜ਼ਿੰਗ ਕਰਾਉਣਗੇ ਹੀ ਨਹੀਂ। ਜਿਹੜਾ ਬੰਦਾ ਸੋਚਦਾ ਕਲੋਜ਼ਿੰਗ ਕਰਾਉਣੀ ਨਹੀਂ, ਉਹ ਫਿਰ ਆਖਿਰਕਾਰ ਇੱਕ ਤੋਂ ਵੱਧ ਪ੍ਰਾਪਰਟੀਆਂ ਹੱਥ 'ਚ ਲੈ ਲੈਂਦਾ, ਉਹ ਇਸ ਗੱਲ ਦੇ ਵਿੱਚ ਫਸਦਾ। ਸੋ ਇੱਕ ਗੱਲ ਇਹ ਜ਼ਰੂਰ ਵਿਚਾਰ ਕਰੋ ਕਿ ਜਦੋਂ ਵੀ ਕੋਈ ਪ੍ਰਾਪਰਟੀ ਲੈਣ ਵਾਸਤੇ ਅਸੀਂ ਆਫਰ ਐਕਸੈਪਟ ਕਰਾਉਣੇ ਆ, ਇਹ ਸੋਚੋ ਇਹ ਕਲੋਜ਼ਿੰਗ ਕਰਾਉਣੀ ਪੈ ਸਕਦੀ ਹੈ। ਇਸ ਗੱਲ ਨੂੰ ਦੇਖ ਕੇ ਕਿ ਫਲਾਂ ਵਿਅਕਤੀਆਂ ਨੇ ਪਹਿਲਾਂ ਹੀ ਫਲਿੱਪ ਕਰਤੀਆਂ ਜਾਂ ਪ੍ਰਾਪਰਟੀਆਂ ਸਾਈਨ ਕਰ ਦਿੱਤੀਆਂ ਅਤੇ ਲੱਖਾਂ ਡਾਲਰ ਬਣਾ ਲਏ, ਸਾਡੇ ਵੀ ਬਣ ਜਾਣਗੇ, ਤਦ ਤੱਕ ਤੁਸੀਂ ਕੋਈ ਪ੍ਰਾਪਰਟੀ ਹੱਥ 'ਚ ਨਾ ਲਾਓ ਜਦੋਂ ਤੱਕ ਇਹ ਸਮਰੱਥਾ ਨਾ ਹੋਵੇ ਕਿ ਤੁਸੀਂ ਉਸ ਦੀ ਕਲੋਜ਼ਿੰਗ ਨਹੀਂ ਕਰਾ ਸਕਦੇ। ਹੁਣ ਜਿਹੜੀ ਮਾਰਕੀਟ ਹੈ, ਇਸ ਮਾਰਕੀਟ 'ਤੇ ਅਸਰ ਜਿਵੇਂ ਇੰਟਰਸਟ ਰੇਟ ਦਾ ਪਿਆ, ਓਵਰਆਲ ਜਿਹੜਾ ਇੱਕ ਖਾਸ ਕਿਸਮ ਦਾ ਹਊਆ ਖੜਾ ਕੀਤਾ ਗਿਆ। ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਲਗਾਤਾਰ ਵਿਚਾਰ ਆ ਰਹੇ ਨੇ ਕਿ ਹੋਰ ਥੱਲੇ ਜਾਏਗੀ। ਇਹ ਵੀ ਹੈ ਕਿ ਜੂਨ ਦੇ ਵਿੱਚ ਜੇ ਮੁੜ ਕੇ ਇੰਟਰਸਟ ਰੇਟ ਵਧਿਆ ਤਾਂ ਉਸ ਦਾ ਕੀ ਅਸਰ ਹੋਏਗਾ। ਇਹ ਗੱਲ ਅਸੀਂ ਪਹਿਲਾਂ ਵੀ ਕਹੀ ਸੀ ਕਿ ਬੈਂਕ ਆਫ ਕੈਨੇਡਾ ਨੇ ਜਿਹੜਾ ਫੈਸਲਾ ਜਾ ਕੇ ਜਨਵਰੀ 'ਚ ਕੀਤਾ, ਜੇ ਉਹ ਨਵੰਬਰ ਦਸੰਬਰ 'ਚ ਕਰਦੇ ਤਾਂ ਸ਼ਾਇਦ ਜਿਹੜੀਆਂ ਕੀਮਤਾਂ ਇੱਕਦਮ ਇਉਂ ਨਾ ਵੱਧਦੀਆਂ ਅਤੇ ਨੁਕਸਾਨ ਨਾ ਹੁੰਦਾ। ਪਰ ਹੁਣ ਵੀ ਇਸ ਗੱਲ ਲਈ ਮਾਰਕੀਟ ਦੇ ਵਿੱਚ ਖਰੀਦਦਾਰ ਲਈ ਜਦੋਂ ਉਹ ਦੇਖਦਾ ਹੈ ਕਿ ਪ੍ਰਾਪਰਟੀ ਦੀ ਕੀਮਤ ਜਾਇਜ਼ ਹੈ, ਉਸ ਦੇ ਮੁਤਾਬਕ ਉਸ ਦੀ ਲੋੜ ਪੂਰੀ ਹੁੰਦੀ ਹੈ, ਤਾਂ ਉਹ ਆਪਣੇ ਆਪ ਦੇ ਵਿੱਚ ਸਹੀ ਪ੍ਰਾਈਸ 'ਤੇ ਖਰੀਦ ਸਕਦਾ ਹੈ। ਕੱਲ੍ਹ ਕੀਮਤਾਂ ਕਿੱਥੇ ਹੋਰ ਥੱਲੇ ਜਾਣਗੀਆਂ, ਇਹ ਕੁਛ ਵੀ ਕਹਿਣਾ ਮੁਸ਼ਕਿਲ ਹੈ, ਪਰ ਅੱਜ ਦੀ ਤਰੀਕ ਦੇ ਵਿੱਚ ਬਾਇਰ ਦੀ ਮਾਰਕੀਟ ਬਣ ਚੁੱਕੀ ਹੈ। ਸੋ ਇਸ ਵੇਲੇ ਸਲਾਹ ਦਿੰਦੇ ਹੋ ਵੀ ਜੇ ਕਿਸੇ ਨੇ ਘਰ ਲੈਣਾ, ਹੁਣ ਤੁਸੀਂ ਕਹਿ ਰਹੇ ਹੋ ਕਿ ਬਾਹਰ ਦੀ ਮਾਰਕੀਟ ਆ, ਪਰ ਹਲਚਲ ਉਹ ਦੇਖਣ ਨੂੰ ਨਹੀਂ ਮਿਲ ਰਹੀ ਮਾਰਕੀਟ ਦੇ ਵਿੱਚ ਵੀ ਬਾਇਰ ਜਿਹੜੇ ਖਰੀਦਦਾਰ ਬਹੁਤ ਜ਼ਿਆਦਾ ਹੋਣ, ਵੀ ਉਹ ਫੱਟੇ ਲੱਗੇ ਹੁੰਦੇ ਆ ਜਾਂ ਉਹ ਸਾਰਾ ਕੁਛ ਆ। ਇਹਦਾ ਕੀ ਕਾਰਨ ਆ? ਕੀ ਹੁਣ ਘਰ ਖਰੀਦਣ ਲਈ ਠੀਕ ਟਾਈਮ ਹੈ ਜਾਂ ਨਹੀਂ?
ਬਹੁਤ ਵਧੀਆ ਸਵਾਲ ਹੈ, ਕਿਉਂਕਿ ਸੈਲਰ ਜਿਹੜਾ ਹੈ, ਵੇਚਣ ਵਾਲਾ, ਅੱਜ ਤੋਂ 2 ਮਹੀਨੇ ਪਹਿਲਾਂ ਕੁਝ ਹੋਰ ਸੋਚਦਾ ਸੀ। ਅੱਜ ਉਹਨੂੰ ਉਹ ਮੁੱਲ ਨਹੀਂ ਮਿਲਣਾ। ਕਿਉਂ? ਕਿਉਂਕਿ ਜਿਹੜੇ ਖਰੀਦਦਾਰ ਨੇ ਉਹ ਇਸ ਸੋਚਦੇ, ਉਹਨਾਂ 'ਤੇ ਇਹ ਸੋਚ ਭਾਰੂ ਹੈ ਕਿ ਹੋਰ ਕੀਮਤਾਂ ਥੱਲੇ ਜਾਣਗੀਆਂ, ਰੁਕ ਜਾਓ। ਇਉਂ ਨਹੀਂ ਕਿ ਖਰੀਦਦਾਰ ਮਾਰਕੀਟ 'ਚ ਹੈ ਨਹੀਂ, ਬਹੁਤ ਨੇ ਵੱਡੀ ਗਿਣਤੀ 'ਚ, ਪਰ ਉਹਨਾਂ ਦੇ ਅੰਦਰ ਇਹ ਸੋਚ ਹੈ ਕਿ ਸ਼ਾਇਦ ਇਸ ਤੋਂ ਵੀ ਥੱਲੇ ਜਾਣ। ਜਿਵੇਂ ਕਿ ਪਹਿਲਾਂ ਖਰੀਦਣ ਵੇਲੇ ਵੀ ਕਈਆਂ ਨੇ ਉਹਨਾਂ ਨੂੰ ਪਹਿਲਾਂ ਰੋਕਿਆ, ਸ਼ੁਰੂ 'ਚ ਨਾ ਲਓ ਨਾ ਲਓ। ਪਿਛਲੇ ਕੁਝ ਵਰ੍ਹਿਆਂ ਦੇ ਦੌਰਾਨ ਅਸੀਂ ਇਹ ਸਾਰਾ ਰੁਝਾਨ ਦੇਖਿਆ। ਉਸ ਤੋਂ ਬਾਅਦ ਜਦੋਂ 4-4 ਲੱਖ ਉੱਪਰ ਵੱਧ ਗਏ, ਫਿਰ ਕਹਿੰਦੇ ਹੁਣ ਲੈ ਲਓ। ਮੈਂ ਇਹ ਸਮਝਦਾ ਕਿ ਮਾਰਕੀਟ ਦੇ ਵਿੱਚ ਇਸ ਵੇਲੇ ਖਰੀਦਦਾਰ ਦੀ ਮਾਰਕੀਟ ਇਸ ਕਰਕੇ ਹੈ ਕਿਉਂਕਿ ਆਫਰ ਮਲਟੀਪਲ ਨਹੀਂ ਆ ਰਹੀਆਂ। ਵੇਚਣ ਵਾਲਾ ਕਈ ਵਾਰ ਫਰਸਟ੍ਰੇਟਡ ਹੋ ਜਾਂਦਾ ਹੈ, ਉਹ ਕਹਿੰਦਾ ਮੈਂ ਪ੍ਰਾਪਰਟੀ ਨੂੰ ਜਿਹੜਾ ਹੈ ਘੱਟ 'ਤੇ ਵੀ ਵੇਚ ਦਿਆਂਗਾ। ਉਸ ਕਾਰਨ ਫਾਇਦਾ ਕਿਹਨੂੰ ਹੋ ਰਿਹਾ? ਖਰੀਦਣ ਵਾਲੇ ਨੂੰ। ਜੇਕਰ 20% ਤੋਂ ਥੱਲੇ ਵੀ ਕੋਈ ਜਿਹਦੇ ਕੋਲੇ ਆਪਣਾ ਮਨੀ ਪੈਸਾ ਹੈ ਅਤੇ ਉਦੋਂ ਥੱਲੇ ਵੀ ਉਹ ਮੌਰਗੇਜ ਅਪਰੂਵ ਕਰਾ ਲੈਂਦਾ ਤਾਂ ਬਹੁਤ ਵਧੀਆ। ਜਾਂ ਇਸ ਤਰ੍ਹਾਂ ਹੈ ਕਿ ਜਿਹੜਾ ਬੰਦਾ ਅੱਜ ਖਰੀਦ ਰਿਹਾ ਇਹ ਸੋਚ ਕੇ ਕਿ ਮੈਂ ਕੱਲ੍ਹ ਨੂੰ ਜਿਹੜਾ 2 ਸਾਲ ਬਾਅਦ ਹੋ ਸਕਦਾ 4 ਪੈਸੇ ਬੈਟਰ ਕਮਾ ਲਾਂ, ਕਿਉਂਕਿ ਉਹਨੂੰ ਪ੍ਰਾਪਰਟੀ ਰੱਖਣੀ ਘੱਟੋ ਘੱਟ ਸਾਲ ਪੈ ਸਕਦੀ ਹੈ। ਇਹ ਵੀ ਇੱਕ ਨਵੇਂ ਜਿਹੜੇ ਟ੍ਰੈਂਡ ਚੱਲ ਰਹੇ ਨੇ ਜਾਂ ਨਵੀਆਂ ਤਬਦੀਲੀਆਂ ਆ ਰਹੀਆਂ ਉਹਨਾਂ ਦੇ ਮੁਤਾਬਕ ਹੈ। ਸੋ ਸੈਲਰ ਨੇ ਅੱਜ ਮਾਰਕੀਟ ਦੇ ਮੁਤਾਬਕ ਨੈਗੋਸੀਏਸ਼ਨ ਕਰਨ ਦੇ ਵਾਸਤੇ ਤਿਆਰੀ ਕਰ ਲਈ ਹੈ। ਜੇਕਰ ਖਾਸ ਹੱਦ ਤੋਂ ਥੱਲੇ ਪ੍ਰਾਪਰਟੀ ਦੀ ਕੀਮਤ ਜਾਊਗੀ ਤਾਂ ਸੈਲਰ ਇਸ ਤੋਂ ਬਿਲਕੁਲ ਮੁਨਕਰ ਹੋਏਗਾ ਕਿ ਇਦੋਂ ਥੱਲੇ ਮੈਂ ਨਹੀਂ ਵੇਚਣੀ, ਇਦੋਂ ਚੰਗਾ ਕਿ ਮੈਂ ਇਹਨੂੰ ਸਾਲ 2 ਸਾਲ ਰੱਖ ਲਵਾਂ। ਅਤੇ ਉਹ ਘਾਟਾ ਬਾਇਰ ਨੂੰ ਵੀ ਪਏਗਾ। ਮਾਰਕੀਟ 'ਚੋਂ ਪ੍ਰਾਪਰਟੀਆਂ ਚਲੀਆਂ ਗਈਆਂ, ਬਾਇਰ ਖਰੀਦਦਾਰ ਫਿਰ ਵੀ ਇਸੇ ਤਰ੍ਹਾਂ ਨੇ, ਅਤੇ ਜਦੋਂ ਜ਼ਮੀਨ ਪ੍ਰਾਪਰਟੀ ਹੋਈ ਨਾ ਤਾਂ ਫਿਰ ਕੰਪੀਟੀਸ਼ਨ ਫਿਰ ਵੱਧ ਜਾਣਾ। ਫਿਰ 1 ਤੇ 5 ਜਾਣਗੇ, ਫਿਰ ਮਲਟੀਪਲ ਆਫਰਸ ਹੋਏਗੀ ਅਤੇ ਫਿਰ ਪ੍ਰਾਈਸ ਵਧਣਗੇ। ਸੋ ਚੰਗੀ ਗੱਲ ਇਹ ਹੈ ਕਿ ਜੇਕਰ ਉਹਨਾਂ ਦੇ ਆਰਥਿਕ ਜਿਹੜਾ ਉਹਨਾਂ ਦੀ ਪੋਜੀਸ਼ਨ ਦੇ ਵਿੱਚ ਹੈ ਤਾਂ ਉਹ ਅੱਜ ਜੇ ਖਰੀਦਦੇ ਨੇ ਤਾਂ ਆਮ ਨਾਲੋਂ ਪਿਛਲੇ 2 ਮਹੀਨਿਆਂ ਤੋਂ ਬਿਹਤਰ ਨੇ। ਕੱਲ੍ਹ ਬਾਰੇ ਡਾਕਟਰ ਸਾਹਿਬ ਕੁਛ ਨਹੀਂ ਪਤਾ ਵੀ ਮਾਰਕੀਟ ਕਿੱਧਰ ਨੂੰ ਜਾਣੀ। ਇਹਦੀ ਵੱਡੇ ਵੱਡੇ ਜਿਹੜੇ ਅਰਥ ਸ਼ਾਸਤਰੀ ਆ ਉਹ ਵੀ ਪੇਸ਼ਨਗੋਈ ਨਹੀਂ ਕਰ ਸਕਦੇ। ਪਰ ਜੇ ਮੰਨਿਆ ਜਾਵੇ ਵੀ ਵੱਧਦੇ ਇੰਟਰਸਟ ਦਾ ਘਰਾਂ ਦੀ ਕੀਮਤਾਂ ਦੇ ਉੱਤੇ ਅਸਰ ਪਿਆ ਤਾਂ ਇਹਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਜ ਦਰਾਂ ਹੋਰ ਵਧਣ ਜਾ ਰਹੀਆਂ। ਮੰਨਿਆ ਜਾ ਸਕਦਾ ਵੀ ਘਰਾਂ ਦੀਆਂ ਕੀਮਤਾਂ ਇਹਦੇ ਤੋਂ ਵੀ ਥੱਲੇ ਚਲੇ ਜਾਣਗੀਆਂ। ਜਿਹੜੀ ਹੁਣ ਵਿਆਜ ਦਰ ਇਹਨਾਂ ਨੇ ਵਧਾਉਣੀ ਹੈ, ਜਿਸ ਤਰ੍ਹਾਂ ਪਹਿਲਾਂ ਵੀ ਜੋ 2 ਝਟਕੇ ਇਹਨਾਂ ਨੇ ਲਾਏ ਨੇ ਉਹ ਛੋਟੇ ਸਨ ਜਾਂ ਹੁਣ ਲਾਉਂਦੇ ਨੇ, ਯਕੀਨਨ ਤੌਰ 'ਤੇ ਇਸ ਗੱਲ ਦਾ ਅਸਰ ਸਾਈਕੋਲੋਜੀਕਲੀ ਵੀ ਪਏਗਾ, ਆਰਥਿਕ ਤੌਰ 'ਤੇ ਵੀ ਪਏਗਾ। ਪਰ ਇਹ ਗੱਲ ਨੂੰ ਬੈਂਕ ਆਫ ਕੈਨੇਡਾ ਸਮੇਤ ਇਹ ਸੰਸਥਾਵਾਂ ਸਮਝਦੀਆਂ ਨੇ ਕਿ ਇਹ ਮੁਸ਼ਕਿਲ ਵੀ ਕਿਹਦੇ ਲਈ ਪੈਦਾ ਹੋ ਰਹੀ ਹੈ? ਇੰਟਰਸਟ ਰੇਟ ਵੱਧ ਰਿਹਾ ਖਰੀਦਦਾਰ ਲਈ। ਤੁਸੀਂ ਦੂਸਰੇ ਪਾਸੇ ਵੀ ਦੇਖੋ, ਜਿਹੜਾ ਖਰੀਦਣ ਵਾਲਾ ਬੰਦਾ ਉਸ ਦੇ ਇੰਟਰਸਟ ਰੇਟ ਦਾ ਵਧਣ ਦਾ ਜਿਹੜਾ ਪ੍ਰਭਾਵ ਹੈ ਉਹ ਕਿਹਨੂੰ ਪ੍ਰਭਾਵਿਤ ਕਰੇਗਾ? ਖਰੀਦਦਾਰ ਨੂੰ। ਅਤੇ ਜੇ ਇਸੇ ਤਰ੍ਹਾਂ ਖਰੀਦਦਾਰ ਨੂੰ ਲਗਾਤਾਰ ਇੰਟਰਸਟ ਰੇਟ ਵਧਾ ਕੇ ਮਾਰ ਦਿੱਤਾ ਗਿਆ, ਦਬਾ ਦਿੱਤਾ ਗਿਆ, ਤਾਂ ਫਿਰ ਵੀ ਨੁਕਸਾਨ ਉਹਨਾਂ ਦਾ ਹੀ ਹੋਣਾ। ਸੋ ਦੋਨੇ ਚੀਜ਼ਾਂ ਨੂੰ ਵੇਖਣਾ ਬਣਦਾ। ਅੱਜ ਜੇ ਤੁਹਾਨੂੰ ਰੇਟ ਬਹੁਤ ਵਧੀਆ ਮਿਲਦਾ ਪ੍ਰਾਪਰਟੀ ਦਾ, ਤੁਹਾਨੂੰ ਲੱਗਦਾ ਹੈ ਕਿ ਉਸ ਦੀ ਤੁਹਾਡੇ ਐਨਾਲਿਸਿਸ ਦੇ ਮੁਤਾਬਕ ਕੀਮਤ ਜਾਇਜ਼ ਹੈ, ਤੁਸੀਂ ਇਹ ਨਾ ਦੇਖੋ ਕਿ 2 ਵਾਰੀ ਹੋਰ ਇੰਟਰਸਟ ਰੇਟ ਵੱਧ ਲੈਣ ਦਿਓ ਫਿਰ ਲਵਾਂਗੇ। ਉਹਦੇ ਨਤੀਜੇ ਕਿਸੇ ਪਾਸੇ ਵੀ ਹੋ ਸਕਦੇ ਨੇ, ਕਿਸੇ ਤਰ੍ਹਾਂ ਵੀ ਹੋ ਸਕਦੇ ਨੇ। ਸੋ ਇਸ ਕਰਕੇ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਬਾਇਰ, ਬਾਕਾਇਦਾ ਤੌਰ 'ਤੇ ਇਸ ਲਈ ਯੋਗ ਹੋ, ਤਾਂ ਤੁਸੀਂ ਪ੍ਰਾਪਰਟੀ ਖਰੀਦੋ। ਪਰ ਖਰੀਦਣ ਤੋਂ ਪਹਿਲਾਂ 3 ਗੱਲਾਂ ਦਾ ਖਿਆਲ ਰੱਖੋ। ਇਹ ਦੇਖੋ ਕਿ ਕੀ ਤੁਸੀਂ ਕੰਪਲੀਟ ਕਰਾ ਸਕਦੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਾਪਰਟੀ ਬਾਕਾਇਦਾ ਤੌਰ 'ਤੇ ਜਦੋਂ ਤੱਕ ਇਸ ਦੀ ਰਜਿਸਟਰੀ ਹੋਣੀ ਹੈ ਤਾਂ ਤੁਸੀਂ ਉਹਨੂੰ ਕਰਾ ਸਕਦੇ ਹੋ। ਐਵੇਂ ਨਾ ਸਿਰਫ ਇਸ ਕਰਕੇ ਕਿ ਸ਼ਾਇਦ ਮੈਂ ਬਾਅਦ ਦੇ ਵਿੱਚ ਪਹਿਲਾਂ ਹੀ ਵੇਚ ਲਾਂ ਅਤੇ 4 ਪੈਸੇ ਕਮਾ ਸਕਦਾ। ਦੂਸਰਾ ਇਹ ਹੈ ਕਿ ਕੀ ਤੁਹਾਨੂੰ ਅਪਰੂਵਲ ਜਿਹੜੀ ਹੈ ਪਹਿਲਾਂ ਲਈ ਹੈ, ਸਬਜੈਕਟ ਵਾਲੀ ਆਫਰ ਦਿਓ, ਬਾਕਾਇਦਾ ਤੌਰ 'ਤੇ ਪੂਰੀ ਤਰ੍ਹਾਂ ਐਨਾਲਿਸਿਸ ਕਰੋ, ਪ੍ਰਾਪਰਟੀ ਦੀ ਜਾਣਕਾਰੀ ਲਓ ਅਤੇ ਇਹ ਦੇਖੋ ਕਿ ਇਹ ਪਾਰਸਲ ਜਿਹੜਾ ਹੈ ਤੁਹਾਡੀ ਲੋੜ ਦੇ ਅਕੋਰਡਿੰਗਲੀ ਹੈ। ਇਨਵੈਸਟਰ ਦੇ ਵਾਸਤੇ ਜਿਹੜੀ ਹੈ ਇਹ ਥੋੜ੍ਹੀ ਸੁਚੇਤ ਹੋਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਕੇਵਲ ਇੱਥੇ ਹੀ ਨਹੀਂ ਬਲਕਿ ਇਸ ਨੂੰ ਫੈਲਣ ਦੀ ਕੋਸ਼ਿਸ਼ ਕਰੀਏ। ਕਈ ਵਾਰੀ ਅਸੀਂ ਆਪਣੇ ਜਿਹੜੇ ਨੇੜਲੇ ਸ਼ਹਿਰ ਨੇ ਜਿੱਥੇ ਸੰਘਣੀ ਕੰਪੀਟੀਸ਼ਨ ਦੀ ਗੱਲ ਹੁੰਦੀ ਹੈ, ਉਸ ਤੋਂ ਬਾਹਰ ਕਿਤੇ ਇਨਵੈਸਟ ਜੇ ਤੁਸੀਂ ਕਰਦੇ ਹੋ, ਕੋਈ ਚੰਗੀ ਚੀਜ਼ ਮਿਲਦੀ ਹੈ ਤਾਂ ਹੋ ਸਕਦਾ ਸਾਲ 2 ਸਾਲ ਬਾਅਦ ਤੁਹਾਨੂੰ ਉਸ ਦੇ ਚੰਗੇ ਪੈਸੇ ਬਣ ਜਾਣ। ਇੱਕੋ ਥਾਂ 'ਤੇ ਫਸ ਕੇ ਜਦੋਂ ਅਸੀਂ ਜਾਂਦੇ ਹਾਂ ਤਾਂ ਫਿਰ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਪੈਦਾ ਕਰਦੇ ਹਾਂ। ਡਾਕਟਰ ਸਾਹਿਬ ਆਖਰੀ ਸਵਾਲ, ਅਸੀਂ ਅਕਸਰ ਹੀ ਗੱਲਾਂ ਕਰੀ ਜਾਂਦੇ, ਜਿੱਦਾਂ ਹੁਣ ਮੈਂ ਸ਼ੁਰੂ 'ਚ ਵੀ ਕਿਹਾ ਵੀ ਘਰਾਂ ਦੀਆਂ ਕੀਮਤਾਂ ਘਟ ਗਈਆਂ ਜਾਂ ਘਟ ਜਾਣਗੀਆਂ। ਹੁਣ ਇਹ ਕੀ ਅੱਧੋ ਅੱਧ ਦਾ ਫਰਕ ਪੈ ਜਾਊਗਾ ਜਾਂ ਜਿਹੜਾ 15 ਲੱਖ ਵਾਲਾ 14 ਲੱਖ ਦਾ ਹੋ ਜਾਊਗਾ ਜਾਂ ਹੋ ਚੁੱਕਾ ਘਟ ਗਿਆ? ਕਿੰਨਾ ਕੁ ਕਰੈਕਸ਼ਨ ਅਸੀਂ ਕਹਿੰਦੇ ਹਾਂ ਜੀ? ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਦਸੰਬਰ 'ਚ ਕੀਮਤਾਂ ਸਨ, ਜਨਵਰੀ ਫਰਵਰੀ 'ਚ ਤਕਰੀਬਨ 1.5 ਤੋਂ 2 ਲੱਖ ਉੱਪਰ ਵਧੀਆਂ।
ਸੋ ਮਾਰਚ ਦੇ ਵਿੱਚ ਜਦੋਂ ਉਹ ਥੱਲੇ ਨੂੰ ਆਉਣਾ ਸ਼ੁਰੂ ਹੋਇਆ, ਜਿਹੜਾ ਉਹ 2 ਲੱਖ 3 ਲੱਖ ਇੱਕਦਮ ਅਣਕਿਆਸਿਆ ਜਿਹੜਾ ਮੁੱਲ ਵਧਿਆ ਸੀ, ਉਹ ਮੁੱਲ ਫੇਰ ਜਾ ਕੇ ਆਪਣੇ ਪਹਿਲੇ ਥਾਂ ਤੇ ਆ ਗਿਆ। ਸੋ ਹੁਣ ਜਿਹੜਾ ਉਹ 2 ਲੱਖ 1.5 ਲੱਖ ਕੁਝ ਇੱਕ ਏਰੀਏ ਦੇ ਵਿੱਚ, ਜ਼ਰੂਰੀ ਨਹੀਂ ਹਰ ਥਾਂ ਤੇ, ਜਿੱਥੇ ਕਿ ਕੀਮਤਾਂ ਬਹੁਤ ਉੱਪਰ ਸਨ ਉਹ ਥੱਲੇ ਆਈਆਂ। ਇਹ ਜਿਹੜਾ ਪ੍ਰਾਈਸ, ਜਿਹੜਾ ਕੀਮਤ ਹੈ, ਉਹ ਮੂਲ ਰੂਪ ਦੇ ਵਿੱਚ ਉੱਥੇ ਆਈ ਹੈ ਜਿੱਥੇ ਕਿ ਉਹ ਪਹਿਲਾਂ ਸੀ। ਇਹ ਨਹੀਂ ਕਿ ਇਹ ਪ੍ਰਾਈਸ ਉਸ ਤੋਂ ਵੀ ਥੱਲੇ ਗਈ ਹੈ, ਇਉਂ ਨਹੀਂ ਹੋਇਆ, ਪਹਿਲਾਂ ਵਧੀ ਬਹੁਤ ਸੀ। ਜੇ ਹੁਣ ਪ੍ਰਾਈਸਾਂ ਪਿਛਲੇ ਸਾਲ ਦੇ ਵਿੱਚ 6-6 ਲੱਖ ਵਧੀਆਂ ਤੇ ਅੱਜ 2 ਲੱਖ ਥੱਲੇ ਆ ਗਈਆਂ ਤਾਂ ਇਹਨੂੰ ਪ੍ਰਾਈਸ ਡਿੱਗਣਾ ਨਹੀਂ ਕਹਿੰਦੇ। ਇਹ ਹੈ ਕਿ ਜਿਹੜੀ ਅਣਕਿਆਸੀ ਵਧੀ ਸੀ ਉਹਦੇ ਵਿੱਚੋਂ ਕੁਝ ਜਿਹੜਾ ਹੈ ਰਾਹਤ ਮਿਲੀ ਹੈ, ਨਾ ਕਿ ਇਉਂ ਹੈ ਕਿ ਬਿਲਕੁਲ ਹੀ ਜਿਹੜਾ ਹੈ ਉਹ ਥੱਲੇ ਆ ਜਾਏਗਾ। ਨਾ, ਇਉਂ ਹੁੰਦਾ ਵੀ ਨਹੀਂ ਤੇ ਹੋਣਾ ਵੀ ਨਹੀਂ। ਇਹ ਸਿਰਫ ਜਿਹੜੇ ਬੰਦਿਆਂ ਨੇ ਕੋਲ ਬਹੁਤੀਆਂ ਪ੍ਰਾਪਰਟੀਆਂ ਨੇ, ਉਹ ਕਈ ਵਾਰੀ ਮਜਬੂਰਨ ਵੇਚਦੇ ਨੇ, ਉਹੀ ਕਦੇ ਕੋਈ ਡਿਪੋਜ਼ਿਟ ਛੱਡਦੇ ਨੇ ਜਾਂ ਉਹਨਾਂ ਦੀ ਕੋਈ ਮੁਸ਼ਕਲ ਹੈ। ਪਰ ਮੈਂ ਫਿਰ ਇਹੀ ਗੱਲ ਕਹਿਣਾ ਕਿ ਇਸ ਭੇਡ ਚਾਲ ਦੇ ਵਿੱਚ ਅਸੀਂ ਕਈ ਵਾਰ ਕਿ ਸਾਰੇ ਦੌੜ ਪਏ, ਅਸੀਂ ਦੌੜ ਪਈਏ, ਸਾਰੇ ਰੁਕ ਗਏ, ਅਸੀਂ ਰੁਕ ਜਾਈਏ, ਇਸ ਤੋਂ ਬਚੀਏ, ਆਪਣੇ ਦਿਮਾਗ ਨੂੰ ਵਰਤੀਏ, ਚੰਗੀ ਸਲਾਹ ਲਈਏ। ਕੇਵਲ ਇਹ ਚਰਚਾ ਕਰਨੀ ਕਿ ਕਿਸੇ ਨੇ ਕਹਿਤਾ ਤੂੰ ਰਹਿਣ ਦੇ ਲਈ, ਅੱਜ ਕੋਈ ਅਧਿਐਨ ਨਹੀਂ ਕੀਤਾ ਜਾਂ ਹੁਣ ਤੁਸੀਂ ਸਾਰੇ ਪੈ ਨਿਕਲੋ, ਇਹ ਤੋਂ ਬਚੀਏ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਧੰਨਵਾਦ ਜੀ। ਦੋਸਤੋ, ਡਾਕਟਰ ਗੁਰਿੰਦਰ ਸਿੰਘ ਧਾਲੀਵਾਲ ਹੋਣ ਨਾਲ ਗੱਲਬਾਤ ਕੀਤੀ ਹੈ। ਗੱਲ ਬਿਲਕੁਲ ਸਹੀ ਆ ਕਿ ਫੈਕਟਸ ਐਨਾਲਿਸਿਸ ਜਾਂ ਜਿਹੜੀਆਂ ਨਿਊਜ਼ ਨੇ ਉਹਨਾਂ ਦੇ ਉੱਤੇ ਭਰੋਸਾ ਕਰਕੇ ਤੁਸੀਂ ਕੋਈ ਵੀ ਆਪਣਾ ਅਗਲਾ ਕਦਮ ਇਸ ਖੇਤਰ ਦੇ ਵਿੱਚ ਚੁੱਕ ਸਕਦੇ ਹੋ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।